ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿੱਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। 8ਵੇਂ ਭਾਗ ਵਿੱਚ ਸੁਣੋ ਪੰਥਕ ਭਾਵਨਾ ਵਾਲਾ ਦਾਦਾ, ਵੱਡੇ ਲਾਣੇ ਵਾਲਾ ਸਿੰਘ ਅਤੇ ਸਦ ਹਾਜ਼ਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਭਾਵਨਾ ਵਾਲਾ ਦਾਦਾ। ਉਸ ਦੌਰ ਵਿੱਚ ਜਿਹੜੇ ਘਰ ਪੰਜਾਬ ਪੁਲਿਸ ਦੇ ਕਹਿਰ ਦੇ ਚੱਕਰ ਵਿੱਚ ਆ ਜਾਂਦੇ ਸਨ, ਉਹਨਾਂ ਦਾ ਜੀਵਨ ਦੁੱਭਰ ਹੋ ਜਾਂਦਾ ਸੀ। ਹਰ ਵਕਤ ਹਕੂਮਤੀ ਧਾੜਾਂ ਦਾ ਡਰ ਅਤੇ ਫਿਰ ਬੰਦਿਆਂ ਨੂੰ ਥਾਣੇ ਵਿੱਚ ਪੇਸ਼ ਕਰਨ ਅਤੇ ਛਡਾਉਣ ਦਾ ਚੱਕਰ, ਰਿਸ਼ਵਤਾਂ ਦਾ ਸਿਲਸਿਲਾ, ਪੁਲਿਸ ਵੱਲੋਂ ਘਰ ਦੇ ਮਾਲ ਅਸਬਾਬ ਦਾ ਨੁਕਸਾਨ। ਉਹ ਪਰਿਵਾਰ ਤਾਂ ਕੀ, ਉਸ ਦੇ ਨੇੜਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਸ ਦਾ ਸੇਕ ਪਹੁੰਚਦਾ ਸੀ। ਲੋਕ ਉਸ ਘਰ ਤੋਂ ਦੂਰੀ ਰੱਖਣ ਲੱਗ ਪੈਂਦੇ ਸਨ। ਜਿਸ ਪਰਿਵਾਰ ਵਿੱਚ ਕੋਈ ਨੌਜਵਾਨ ਭਗੌੜਾ ਹੋ ਜਾਵੇ, ਉਹਨਾਂ ਲਈ ਘਰ-ਬਾਰ ਉਜਾੜ ਹੋਣ ਵਾਂਗ ਹੀ ਹੋ ਜਾਂਦਾ ਸੀ। ਘਰ ਦੇ ਜੀਆਂ ਨੂੰ ਦਰ-ਦਰ ਦੀਆਂ ਭਟਕਣਾਂ, ਥਾਣੇ, ਕਚਹਿਰੀਆਂ ਅਤੇ ਜੇਲ੍ਹਾਂ ਦਾ ਚੱਕਰ। ਭਗੌੜੇ ਹੋਏ ਸਿੰਘਾਂ ਨੂੰ ਪੇਸ਼ ਕਰਨ ਲਈ ਅਕਸਰ ਪਰਿਵਾਰ 'ਤੇ ਬਹੁਤ ਦਬਾਅ ਬਣਾਇਆ ਜਾਂਦਾ ਸੀ। ਘਰ ਦੇ ਜੀਆਂ ਨੂੰ ਫੜ ਕੇ ਲੈ ਜਾਂਦੇ ਸਨ। ਕਈ ਦਿਨ ਉਹਨਾਂ ਦਾ ਪਤਾ ਨਾ ਲੱਗਣਾ। ਹਵਾਲਾਤ ਵਿੱਚ ਵੀ ਜਲਾਲਤ ਅਤੇ ਕੁੱਟਮਾਰ। ਇਹ ਸਭ ਕੁਝ ਪਰਿਵਾਰਾਂ ਦੇ ਜੀਵਨ ਨੂੰ ਬਹੁਤ ਕਠਿਨ ਕਰ ਦਿੰਦਾ ਸੀ। ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਹੋਣ ਸਮੇਂ ਪੁਲਿਸ ਵਾਲੇ ਕਈ ਵਾਰ ਭਗੌੜੇ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚਿਆਂ ਤੱਕ ਨੂੰ ਫੜ ਕੇ ਲੈ ਜਾਂਦੇ ਸਨ। ਫਿਰ ਪੰਚਾਇਤਾਂ ਅਤੇ ਲੈਣ ਦੇਣ ਵਾਲੇ ਬੰਦਿਆਂ ਰਾਹੀਂ ਹੀ ਛੁਟਕਾਰਾ ਹੁੰਦਾ ਸੀ। ਇਹੋ ਜਿਹੇ ਦੁੱਖ ਝੱਲਣ ਵਾਲੇ ਇੱਕ ਪਰਿਵਾਰ ਦੇ ਬਜ਼ੁਰਗ ਦੀ ਦਾਸਤਾਨ ਇਸ ਤਰ੍ਹਾਂ ਹੈ। ਇੱਕ ਭਗੌੜੇ ਸਿੰਘ ਦਾ ਦਾਦਾ ਬੜਾ ਸਿਰੜੀ ਸਿੰਘ ਸੀ। ਪਰਿਵਾਰ ਦੇ ਹੋਰ ਸਭ ਜੀ ਆਸੇ-ਪਾਸੇ ਹੋ ਜਾਂਦੇ ਸਨ ਅਤੇ ਪੁੱਤ-ਪੋਤਿਆਂ ਨੂੰ ਬਚਾਉਣ ਲਈ ਬਜ਼ੁਰਗ ਨੇ ਸਦਾ ਹੀ ਆਪਣੇ ਆਪ ਨੂੰ ਪੇਸ਼ ਕਰ ਦੇਣਾ। ਕਈ ਵਾਰ ਉਹ ਆਪਣੇ ਆਪ ਥਾਣੇ ਚਲਿਆ ਜਾਂਦਾ ਸੀ ਅਤੇ ਉਹ ਉਸ ਨੂੰ ਕਈ ਦਿਨ ਬਿਠਾਈ ਰੱਖਦੇ ਸਨ। ਕਈ ਵਾਰ ਉਹ ਕਈ ਮਹੀਨੇ ਵੀ ਪੁਲਿਸ ਦੀ ਨਜਾਇਜ਼ ਹਿਰਾਸਤ ਵਿੱਚ ਕੱਟ ਆਉਂਦਾ ਸੀ। ਉੱਥੋਂ ਦੀ ਜਲਾਲਤ, ਤਸ਼ੱਦਦ ਅਤੇ ਬੇਕਾਨੂੰਨੀ ਉਹਦੇ ਅੰਦਰ ਸਮਾ ਚੁੱਕੀ ਸੀ। ਉਹ ਬੜੇ ਦ੍ਰਿੜ ਇਰਾਦੇ ਵਾਲਾ ਬਜ਼ੁਰਗ ਸੀ। ਸਭ ਕੁਝ ਨਿਮਰਤਾ ਵਿੱਚ ਹੀ ਜਰ ਲੈਂਦਾ ਸੀ। ਇੱਕ ਵਾਰ ਬਚਨੇ ਬੁੱਚੜ ਵਜੋਂ ਮਸ਼ਹੂਰ ਥਾਣੇਦਾਰ ਨੇ ਉਸ ਨੂੰ ਕਈ ਦਿਨ ਲਗਾਤਾਰ ਲਟਕਾਈ ਰੱਖਿਆ ਅਤੇ ਘੋਟਣੇ ਲਾਉਂਦਾ ਰਿਹਾ। ਇੱਕ ਵਾਰ ਇੱਕ ਥਾਣੇ ਵਿੱਚ ਨਵੇਂ ਆਏ IPS ਅਫਸਰ ਨੇ ਉਸ ਨੂੰ ਬਹੁਤ ਜਲੀਲ ਕੀਤਾ। ਉਹਨੂੰ ਦੇਸ਼ ਦਾ ਗਦਾਰ ਅਤੇ ਪਾਕਿਸਤਾਨ ਦਾ ਏਜੰਟ ਦੱਸਿਆ। ਕਈ ਹਫ਼ਤੇ ਉਸ ਦੇ ਗਲ ਵਿੱਚ ਗਦਾਰ ਦੀ ਫੱਟੀ ਪਾਈ ਰੱਖੀ। ਸਾਰੇ ਥਾਣੇ ਦੀ ਸਫਾਈ ਕਰਵਾਉਂਦਾ ਰਿਹਾ ਅਤੇ ਖਾਣ ਨੂੰ ਬਹੁਤ ਥੋੜ੍ਹਾ ਦਿੰਦਾ। ਉਹ ਸਭ ਕੁਝ ਨੂੰ ਗੁਰੂ ਦਾ ਭਾਣਾ ਮੰਨ ਕੇ ਸਹਾਰ ਲੈਂਦਾ ਸੀ। ਜਦੋਂ ਉਸ ਨੂੰ ਆਪਣੇ ਪੋਤੇ ਨੂੰ ਫੜਾਉਣ ਬਾਰੇ ਕਹਿੰਦੇ ਤਾਂ ਉਹਦਾ ਇਹੋ ਜਵਾਬ ਹੁੰਦਾ ਸੀ, ਉਹਨੇ ਆਪਣੀ ਮਰਜ਼ੀ ਨਾਲ ਇਹ ਰਾਹ ਫੜਿਆ ਹੈ, ਅਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ, ਤੁਸੀਂ ਲੱਭ ਲਓ। ਉਹ 6 ਫੁੱਟ ਉੱਚਾ, ਸਾਂਵਲਾ ਰੰਗ, ਚਿੱਟੇ ਦਾੜੇ ਅਤੇ ਸਖਤ ਸਰੀਰ ਦਾ ਮਾਲਕ ਸੀ। ਸਾਰੀ ਉਮਰ ਖੇਤਾਂ ਵਿੱਚ ਉਹਨੇ ਜੀ ਜਾਨ ਲਾ ਕੇ ਮਿਹਨਤ ਕੀਤੀ ਸੀ। ਉਹਨੇ ਕਦੇ ਵੀ ਆਪਣੇ ਪੋਤੇ ਨੂੰ ਉਲਾਂਭਾ ਨਹੀਂ ਦਿੱਤਾ ਕਿ ਕਿੱਥੇ ਫਸਾ ਦਿੱਤਾ। ਬਸ ਇਹੋ ਕਿਹਾ ਕਿ ਇਹ ਸਭ ਕੁਝ ਭਾਣੇ ਵਿੱਚ ਹੀ ਹੈ, ਗੁਰੂ ਦੀ ਰਜ਼ਾ ਵਿੱਚ ਰਹੋ। ਇਹੋ ਹੀ ਸਭ ਤੋਂ ਵੱਡੀ ਗੱਲ ਹੈ। ਉਹ ਪੜ੍ਹਿਆ ਲਿਖਿਆ ਨਹੀਂ ਸੀ। ਸਿਰਫ ਜਪਜੀ ਸਾਹਿਬ ਦੀਆਂ 5 ਪੌੜੀਆਂ, ਆਨੰਦ ਸਾਹਿਬ ਦੀ ਅਖੀਰਲੀ ਪੌੜੀ ਅਤੇ ਸੋਹਲੇ ਦਾ ਪਹਿਲਾ ਸ਼ਬਦ ਕੰਠ ਸੀ। ਸਾਰੀ ਉਮਰ ਉਸਨੇ ਇਸੇ ਤਰ੍ਹਾਂ ਹੀ ਖੁਸ਼ੀ ਨਾਲ ਲੰਘਾ ਦਿੱਤੀ। ਹਿਰਾਸਤ ਅਤੇ ਤਸ਼ੱਦਦ ਵਿੱਚ ਵੀ ਉਹ ਜ਼ਿਆਦਾ ਸਮਾਂ 5 ਪੌੜੀਆਂ ਦਾ ਪਾਠ ਕਰਦਾ ਰਿਹਾ। ਉਹ ਇਸ ਤਰ੍ਹਾਂ ਦੀ ਅਵਸਥਾ ਵਿੱਚ ਚਲਿਆ ਜਾਂਦਾ ਕਿ ਦੁਨੀਆ ਹੀ ਤਿਆਗ ਦਿੰਦਾ। ਸਬਰ ਅਤੇ ਨਿਮਰਤਾ ਦੀ ਮੂਰਤ ਬਣ ਜਾਂਦਾ। ਨਾ ਘਰ ਅਤੇ ਨਾ ਹੀ ਥਾਣੇ ਵਿੱਚ ਉਸਨੇ ਰੋਟੀ ਲਈ ਫਰਮਾਇਸ਼ ਕੀਤੀ ਸੀ। ਜੋ ਮਿਲ ਜਾਂਦਾ ਉਸ ਦੇ ਨਾਲ ਹੀ ਸਬਰ ਕਰ ਲੈਂਦਾ ਸੀ। ਮੈਂ ਇਸ ਬਜ਼ੁਰਗ ਨੂੰ ਭਾਈ ਅਨੋਖ ਸਿੰਘ ਬੱਬਰ ਨਾਲ ਮਿਲਿਆ ਸੀ। ਇਹ ਗੱਲ ਸੰਨ 1987 ਦੀ ਹੈ। ਸ਼ਾਇਦ ਜਥੇਦਾਰ ਅਨੋਖ ਸਿੰਘ ਜੀ ਦੇ ਸ਼ਹੀਦ ਹੋਣ ਤੋਂ ਮਹੀਨਾ ਕੁ ਪਹਿਲਾਂ ਦੀ ਹੈ। ਮੈਂ ਉਹਨਾਂ ਨੂੰ ਕਰਤਾਰਪੁਰ ਨੇੜੇ ਕਿਸੇ ਪਿੰਡ ਵਿੱਚ ਮਿਲਿਆ ਅਤੇ ਦੁਪਹਿਰੇ 3-4 ਘੰਟੇ ਉਹਨਾਂ ਨਾਲ ਰਿਹਾ ਸੀ। ਉਹਨਾਂ ਨੂੰ ਹਿਰਾਸਤ ਤੋਂ ਛੁਡਵਾਉਣ ਤੋਂ ਬਾਅਦ ਇਹ ਮੇਰੀ ਪਹਿਲੀ ਮੁਲਾਕਾਤ ਸੀ ਅਤੇ ਉਸ ਵਕਤ ਮੁੱਦਾ ਪੰਥਕ ਏਕਤਾ ਦਾ ਸੀ। ਪੰਥਕ ਧਿਰਾਂ ਦੀ ਕਾਰਗੁਜ਼ਾਰੀ ਵਿੱਚ ਕੋਈ ਕਮੀਆਂ ਆ ਰਹੀਆਂ ਸਨ। ਉਹਨਾਂ ਨੂੰ ਦੂਰ ਕਰਨ ਅਤੇ ਪੰਥਕ ਕਮੇਟੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਰੇ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਬਣਾਉਣ ਦੀ ਵਿਚਾਰ ਵਜੋਂ ਇਹ ਬੈਠਕ ਹੋ ਰਹੀ ਸੀ। ਇਸ ਬੈਠਕ ਦੀ ਲੜੀ ਵਿੱਚ ਹੀ ਸੰਨ 1988 ਵਿੱਚ ਦਰਬਾਰ ਸਾਹਿਬ ਉੱਪਰ ਦੂਜੇ ਹਮਲੇ ਮਗਰੋਂ
ਪੰਥਕ ਕਮੇਟੀ ਦਾ ਪੁਨਰਗਠਨ ਕੀਤਾ ਗਿਆ ਅਤੇ 4 ਜਥੇਬੰਦੀਆਂ ਵਿੱਚ ਏਕਤਾ ਹੋਈ। ਮੈਂ ਕਰਤਾਰਪੁਰ ਬੱਸ ਅੱਡੇ 'ਤੇ ਉਤਰਿਆ ਅਤੇ ਉੱਥੋਂ ਮੈਨੂੰ ਇੱਕ ਸਿੰਘ ਮੋਟਰਸਾਈਕਲ 'ਤੇ ਬਿਠਾ ਕੇ ਕੋਈ 10 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਲੈ ਗਿਆ, ਜਿੱਥੇ ਜਥੇਦਾਰ ਅਨੋਖ ਸਿੰਘ ਠਹਿਰੇ ਹੋਏ ਸਨ। ਸਾਰੀ ਦੁਪਹਿਰ ਅਸੀਂ ਉੱਥੇ ਕੱਟੀ ਅਤੇ ਪੰਥਕ ਮਸਲਿਆਂ ਉੱਤੇ ਗੱਲਬਾਤ ਕੀਤੀ। ਪੁਲਿਸ ਹਿਰਾਸਤ ਵਿੱਚੋਂ ਬਾਹਰ ਆਉਣ ਮਗਰੋਂ ਭਾਈ ਅਨੋਖ ਸਿੰਘ ਹੋਰ ਵੀ ਜ਼ਿਆਦਾ ਗੰਭੀਰ ਅਤੇ ਸਹਿਜ ਅਵਸਥਾ ਵਿੱਚ ਆ ਗਏ ਸਨ। ਪੰਥ ਵਿੱਚ ਏਕਾ ਕਰਵਾਉਣਾ ਉਹਨਾਂ ਲਈ ਬਹੁਤ ਅਹਿਮ ਸੀ। ਇਸੇ ਦੌਰਾਨ ਉਹਨਾਂ ਨੇ ਇਸ ਬਜ਼ੁਰਗ ਜਿਸ ਬਾਰੇ ਜ਼ਿਕਰ ਹੋਇਆ ਨੂੰ ਬੁਲਾਉਣ ਲਈ ਇੱਕ ਸਿੰਘ ਵੀ ਭੇਜਿਆ। ਉਹ ਨਾਲ ਦੇ ਪਿੰਡ ਦਾ ਵਸਨੀਕ ਸੀ। ਉਹ ਬਜ਼ੁਰਗ ਸਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਫਿਰ ਅਨੋਖ ਸਿੰਘ ਨੇ ਉਸ ਬਜ਼ੁਰਗ ਬਾਰੇ ਕਿਹਾ, ਇਹੋ ਜਿਹੇ ਬਜ਼ੁਰਗਾਂ ਦੇ ਸਿਰ 'ਤੇ ਹੀ ਅਸੀਂ ਤੁਰੇ ਫਿਰਦੇ ਹਾਂ। ਇਹ ਹਰ ਤਰ੍ਹਾਂ ਸਾਡੀ ਰੱਖਿਆ ਵੀ ਕਰਦੇ ਹਨ ਅਤੇ ਸਾਡੇ ਲਈ ਅਰਦਾਸ ਵੀ ਕਰਦੇ ਹਨ। ਇਹ ਬਚਨ ਸੁਣ ਕੇ ਉਸ ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ। ਉਹਦਾ ਸਰੀਰ ਇੱਕ ਉੱਚੇ ਜਜ਼ਬੇ ਵਿੱਚ ਕੰਬਣ ਲੱਗ ਪਿਆ ਅਤੇ ਖੜਾ ਹੋ ਗਿਆ। ਉਸ ਨੂੰ ਲੱਗਿਆ ਕਿ ਜਥੇਦਾਰ ਨੇ ਉਸ ਬਾਰੇ ਇਹ ਬਹੁਤ ਵੱਡੀ ਗੱਲ ਕਹਿ ਦਿੱਤੀ। ਉਸ ਨੇ ਕੰਬਦੇ ਸ਼ਬਦਾਂ ਨਾਲ ਕਿਹਾ, ਨਹੀਂ ਭਾਈ ਸਾਹਿਬ, ਅਸੀਂ ਤੁਹਾਡੇ ਵਰਗੇ ਸਿੰਘਾਂ ਕਾਰਨ ਹੀ ਸਿਰ ਉੱਚਾ ਕਰਕੇ ਤੁਰੇ ਫਿਰਦੇ ਹਾਂ। ਇਹ ਆਖ ਕੇ ਉਹ ਬੈਠ ਗਿਆ। ਭਾਈ ਅਨੋਖ ਸਿੰਘ ਦੇ ਸ਼ਬਦ ਅਤੇ ਉਸ ਬਜ਼ੁਰਗ ਦਾ ਜਵਾਬ ਦੋਵੇਂ ਸੱਚੇ ਸਨ। ਫਿਰ ਸਾਨੂੰ ਆਪਣੀ ਹਿਰਾਸਤ ਦੀ ਦਾਸਤਾਨ ਸੁਣਾਈ, ਜਿਸ ਵਿੱਚ ਕੁਝ ਕੁ ਮੈਨੂੰ ਯਾਦ ਰਿਹਾ ਜੋ ਮੈਂ ਉੱਪਰ ਬਿਆਨ ਕੀਤਾ ਹੈ। ਸ਼ਾਮ ਨੂੰ ਮੈਂ ਉਹਨਾਂ ਤੋਂ ਵਿਦਾ ਲਈ ਅਤੇ ਵਾਪਸ ਲੁਧਿਆਣੇ ਆ ਗਿਆ। ਹੁਣ ਸੋਚਦਾ ਹਾਂ ਕਿ ਇਹੋ ਜਿਹੇ ਸਿੰਘਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ। ਪੰਥ ਵਿੱਚ ਇਹੋ ਜਿਹੇ ਹਜ਼ਾਰਾਂ ਘਰ ਅਤੇ ਹਜ਼ਾਰਾਂ ਇਹੋ ਜਿਹੇ ਬਜ਼ੁਰਗ ਹੋਣਗੇ ਜਿਨ੍ਹਾਂ ਦੀ ਘਾਲਣਾ ਅਤੇ ਤਪ ਤੇਜ ਨਾਲ ਅਸੀਂ ਸਿਰ ਉੱਚਾ ਕਰਕੇ ਜਿਉ ਰਹੇ ਹਾਂ। ਇਨ੍ਹਾਂ ਮਾਪਿਆਂ ਬਜ਼ੁਰਗਾਂ ਦੀ ਅਬੋਲ ਅਰਦਾਸ ਨੇ ਸਮੇਂ ਦੇ ਸ਼ਾਨਾਮ ਅਤੇ ਇਤਿਹਾਸ ਦੀ ਸਿਰਜਣਾ ਕੀਤੀ ਹੈ। ਮੈਂ ਸਦਾ ਹੀ ਇਸ ਪਵਿੱਤਰ ਅਰਦਾਸ ਦੀ ਸ਼ਾਨ ਨੂੰ ਮਹਿਸੂਸ ਕੀਤਾ ਹੈ, ਪਰ ਇੱਕ ਝੋਰਾ ਵੀ ਹੈ ਕਿ ਖਾੜਕੂ ਸੰਘਰਸ਼ ਤੋਂ ਬਾਅਦ ਸਿੱਖਾਂ ਤੋਂ ਉਸ ਤਰ੍ਹਾਂ ਦੀ ਅਰਦਾਸ ਨਹੀਂ ਹੋ ਰਹੀ। ਅਰਦਾਸ ਦੀ ਬਰਕਤ ਨਾਲ ਹੀ ਸਿੰਘ ਘਾਲਣਾ ਘਾਲਦੇ ਹਨ ਅਤੇ ਉਹ ਘਾਲਣਾ ਹੀ ਮੁੜ ਅਰਦਾਸ ਵਿੱਚ ਜੁੜਦੀ ਹੈ। ਇਸ ਤਰ੍ਹਾਂ ਹੀ ਮੁੜ ਇਤਿਹਾਸ ਨਵਾਂ ਬਣਦਾ ਹੈ ਤੇ ਪੰਥ ਦਾ ਰਾਹ ਜੀਵੰਤ ਰਹਿੰਦਾ ਹੈ। ਵੱਡੇ ਲਾਣੇ ਵਾਲਾ ਸਿੰਘ। ਸੰਘਰਸ਼ ਵਿੱਚ ਅਣਗੌਲੇ ਸਿੰਘਾਂ ਦਾ ਇੱਕ ਇਹੋ ਜਿਹਾ ਹਿੱਸਾ ਹੈ ਜਿਹੜਿਆਂ ਨੂੰ ਸਰਕਾਰ ਅਤੇ ਇਲਾਕੇ ਦੇ ਲੋਕ ਤਾਂ ਜਾਣਦੇ ਹਨ, ਪਰ ਉਹਨਾਂ ਦੇ ਵਾਰਸ ਅਤੇ ਪਿੰਡਾਂ ਵਾਲੇ ਭੁੱਲ ਗਏ। ਅਸਲ ਵਿੱਚ ਸਮੇਂ ਦੇ ਖੌਫ ਕਰਕੇ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਭੁਲਾਉਣਾ ਹੀ ਬਿਹਤਰ ਸਮਝਿਆ, ਜਿਸ ਕਰਕੇ ਜਾਣੇ ਪਛਾਣੇ ਨਾਵਾਂ ਵਾਲੇ ਸਿੰਘ ਵੀ ਗੁੰਮਨਾਮ ਹੋ ਗਏ। ਮੇਰੀ ਜਾਣਕਾਰੀ ਵਿੱਚ ਧੂਰੀ ਕੋਲ ਦੇ ਇੱਕ ਪਿੰਡ ਦੀ ਅਜਿਹੀ ਵਿਥਿਆ ਹੈ। ਕਿਸੇ ਵੱਡੇ ਲਾਣੇ ਵਿੱਚੋਂ ਸ਼ੁਰੂ ਤੋਂ ਹੀ ਇੱਕ ਫੱਕਰ ਸੁਭਾਅ ਦਾ ਬੰਦਾ ਸੀ, ਜਿਸ ਦਾ ਦੁਨੀਆਦਾਰੀ ਨਾਲ ਕੋਈ ਮੋਹ ਨਹੀਂ ਸੀ। ਉਹ ਸਾਧੂ ਮਹਾਤਮਾ ਨਾਲ ਮੇਲ-ਜੋਲ, ਤੀਰਥ ਯਾਤਰਾਵਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਸੇਵਾ ਵਿੱਚ ਹੀ ਖੁਸ਼ ਰਹਿੰਦਾ ਸੀ। ਉਹਨੇ ਗ੍ਰਸਤੀ ਜੀਵਨ ਵੀ ਨਹੀਂ ਅਪਣਾਇਆ ਸੀ। ਸੰਤ ਜਰਨੈਲ ਸਿੰਘ ਜੀ ਦੇ ਸਾਹਮਣੇ ਆਉਣ ਨਾਲ ਉਹ ਉਹਨਾਂ ਨੂੰ ਜਾ ਮਿਲਿਆ ਅਤੇ ਉਹਨਾਂ ਦਾ ਹੀ ਹੋ ਗਿਆ। ਫਿਰ ਉਹਦਾ ਜ਼ਿਆਦਾ ਮੇਲ-ਜੋਲ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਹੀ ਰਿਹਾ। ਉਹ ਹਰ ਮੋਰਚੇ ਅਤੇ ਹਰ ਪੰਥਕ ਇਕੱਠ ਵਿੱਚ ਇਲਾਕੇ ਦੇ ਲੋਕਾਂ ਨੂੰ ਲੈ ਕੇ ਜਾਂਦਾ। ਧਰਮਯੁੱਧ ਮੋਰਚੇ ਵਿੱਚ ਉਹਦੀ ਗ੍ਰਿਫਤਾਰੀ ਵੀ ਹੋਈ। ਸੰਤਾਂ ਦੀ ਗ੍ਰਿਫਤਾਰੀ ਵੇਲੇ ਉਹ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਮਹਿਤੇ ਚੌਂਕ ਵੱਲ ਨੂੰ ਚੱਲ ਪਿਆ, ਪਰ ਪਹੁੰਚ ਨਾ ਸਕਿਆ ਅਤੇ ਕੁਝ ਦਿਨਾਂ ਬਾਅਦ ਵਾਪਸ ਮੁੜ ਆ ਗਿਆ। ਸੰਨ 1986 ਵਿੱਚ ਵੀ ਉਹ ਸੰਗਤਾਂ ਨੂੰ ਨਾਲ ਲੈ ਕੇ ਸਰਬੱਤ ਖਾਲਸੇ ਉੱਤੇ ਗਿਆ। ਫਿਰ ਉਹ ਕਈ ਦਿਨ ਘਰੋਂ ਬਾਹਰ ਰਹਿਣ ਲੱਗ ਪਿਆ। ਜਦੋਂ ਕਦੇ ਘਰ ਆਉਂਦਾ ਤਾਂ ਉਸ ਨਾਲ ਅਣਪਛਾਤੇ ਸਿੰਘ ਹੁੰਦੇ, ਜਿਹੜੇ ਕਈ ਦਿਨ ਉਸ ਕੋਲ ਘਰ ਰਹਿ ਲੈਂਦੇ ਸਨ। ਜ਼ਾਹਰ ਹੈ ਕਿ ਉਹ ਖਾੜਕੂ ਸਿੰਘ ਹੀ ਸਨ। ਉਹਨੇ ਨਾ ਕਦੀ ਕਿਸੇ ਨੂੰ ਕੁਝ ਦੱਸਿਆ ਤੇ ਨਾ ਹੀ ਪਿੰਡ ਵਾਲਿਆਂ ਨੇ ਉਹਨੂੰ ਕੁਝ ਪੁੱਛਿਆ। ਉਹਦੇ ਪਰਿਵਾਰ ਵਾਲੇ ਅਤੇ ਪਿੰਡ ਵਾਲੇ ਪਿਆਰ ਅਤੇ ਸਤਿਕਾਰ ਕਰਦੇ ਸਨ, ਪਰ ਪੁਲਿਸ ਅਤੇ ਸਰਕਾਰ ਨਾਲ ਟਕਰਾਉਣ ਤੋਂ ਡਰਦੇ ਸਨ। ਵੱਡੇ ਭਰਾਵਾਂ ਨੇ ਉਹਦੇ ਕੋਲ ਬਾਹਰਲੇ ਬੰਦਿਆਂ ਦੇ ਆਉਣ ਬਾਰੇ ਕਈ ਵਾਰ ਚਿੰਤਾ ਜ਼ਾਹਰ ਕੀਤੀ, ਪਰ ਉਹਨੇ ਫਕਰਾਂ ਵਾਲੇ ਸੁਭਾਅ ਕਰਕੇ ਗੱਲ ਨੂੰ ਆਈ ਗਈ ਕਰ ਦਿੱਤਾ। 1988 ਵਿੱਚ ਉਹਦੀ ਉਮਰ 45 ਕੁ ਸਾਲ ਦੀ ਸੀ ਜਦੋਂ ਉਹ ਘਰੋਂ ਗਿਆ ਅਤੇ ਮੁੜ ਕੇ ਕਦੀ ਨਾ ਆਇਆ। ਕੁਝ ਸਮੇਂ ਬਾਅਦ ਪੁਲਿਸ ਵਾਲੇ ਉਹਦੇ ਭਰਾਵਾਂ ਅਤੇ ਪਿੰਡ ਵਾਲਿਆਂ ਨੂੰ ਲਾਸ਼ ਦੀ ਸ਼ਨਾਖਤ ਕਰਾਉਣ ਲਈ ਲੈ ਕੇ ਗਏ, ਜਿਵੇਂ ਕਿ ਉਹਨਾਂ ਦਿਨਾਂ ਵਿੱਚ ਪੁਲਿਸ ਦੀ ਆਮ ਕਹਾਣੀ ਹੁੰਦੀ ਸੀ। ਪੁਲਿਸ ਨੇ ਉਹਦਾ ਅਤੇ 2 ਹੋਰ ਸਿੰਘਾਂ ਦਾ ਮੁਕਾਬਲਾ ਬਣਾ ਦਿੱਤਾ ਸੀ।
ਪੁਲਿਸ ਨੇ ਪਰਿਵਾਰ ਵਾਲਿਆਂ ਦੀ ਝਾੜ ਝੰਬ ਕਰਕੇ ਛੱਡ ਦਿੱਤਾ ਅਤੇ ਫਿਰ ਕਦੇ ਬੁਲਾਇਆ ਵੀ ਨਹੀਂ। ਪਰਿਵਾਰ ਵਾਲੇ ਤਾਂ ਪਹਿਲਾਂ ਹੀ ਡਰਦੇ ਸਨ, ਪਰ ਉਹਨਾਂ ਦਾ ਡਰ ਸੱਚਾ ਹੋ ਗਿਆ ਸੀ। ਬਸ ਫਿਰ ਕੀ ਸੀ, ਉਹਨਾਂ ਨੇ ਉਸ ਦਿਨ ਤੋਂ ਬਾਅਦ ਕਦੀ ਉਸ ਦਾ ਨਾਮ ਵੀ ਨਾ ਲਿਆ ਅਤੇ ਆਪਣੀ ਜ਼ਿੰਦਗੀ ਵਿੱਚ ਮਸ਼ਰੂਫ ਹੋ ਗਏ। 1997 ਵਿੱਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਲੋਕਾਂ ਦਾ ਕੁਝ ਡਰ ਦੂਰ ਹੋਇਆ ਤਾਂ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਇਕੱਠਿਆਂ ਹੋ ਕੇ ਉਹਦੀ ਯਾਦ ਵਿੱਚ ਅਖੰਡ ਪਾਠ ਰੱਖਿਆ ਅਤੇ ਭੋਗ ਪਾ ਦਿੱਤਾ। ਇਹ ਅੰਤਮ ਰਸਮ ਨਿਭਾ ਕੇ ਉਹ ਵੀ ਭੁਲਾ ਗਏ। ਕੁਝ ਸਾਲਾਂ ਮਗਰੋਂ ਮਨੁੱਖੀ ਅਧਿਕਾਰਾਂ ਵਾਲੇ ਉਹਨਾਂ ਕੋਲ ਆਏ ਅਤੇ ਸਮਝਾਇਆ ਕਿ ਉਹਨਾਂ ਦੇ ਬੰਦੇ ਨੂੰ ਪੁਲਿਸ ਨੇ ਫੜ ਕੇ ਨਜਾਇਜ਼ ਮਾਰਿਆ ਸੀ, ਉਹਦਾ ਮੁਕੱਦਮਾ ਅਦਾਲਤ ਵਿੱਚ ਲੱਗ ਗਿਆ ਹੈ, ਤੁਸੀਂ ਜਾ ਕੇ ਪੈਰਵਾਈ ਕਰੋ ਅਤੇ ਗਵਾਹੀ ਦਿਓ। ਉਹਨਾਂ ਨੇ ਆਪਣੇ ਭਰਾ ਦੇ ਮੁਕੱਦਮੇ ਦੀ ਕੋਈ ਪੈਰਵਾਈ ਨਹੀਂ ਕੀਤੀ। ਉਹਨਾਂ ਦੀ ਦਲੀਲ ਸੀ ਕਿ ਉਹ ਆਪਣੀ ਖੁਸ਼ੀ ਨਾਲ ਪੰਥ ਵਾਲੇ ਰਾਹ ਗਿਆ ਸੀ। ਅਸੀਂ ਦੁਨੀਆਦਾਰ ਬੰਦੇ ਹਾਂ, ਸਾਡਾ ਇਹਨਾਂ ਲੋਕਾਂ ਨਾਲ ਹੀ ਰਿਸ਼ਤਾ ਹੈ, ਅਸੀਂ ਉਹਦੇ ਰਾਹ ਨਹੀਂ ਤੁਰ ਸਕਦੇ। ਉਹਨਾਂ ਨੇ ਆਪਣੇ ਪਰਿਵਾਰਾਂ ਵਿੱਚ ਅਤੇ ਪਿੰਡ ਵਿੱਚ ਉਹਦੀ ਸ਼ਹਾਦਤ ਦਾ ਕੋਈ ਜ਼ਿਕਰ ਨਾ ਕੀਤਾ, ਉਹਦੀ ਯਾਦ ਨੂੰ ਸਦਾ ਲਈ ਮਿਟ ਜਾਣ ਦਿੱਤਾ। ਹੁਣ ਵੀ ਜਦੋਂ ਕੋਈ ਅਖਬਾਰ ਰਸਾਲੇ ਵਾਲਾ ਜਾਂ ਖਾੜਕੂਆਂ ਬਾਰੇ ਤੱਥ ਵੇਰਵੇ ਇਕੱਠੇ ਕਰਨ ਵਾਲਾ ਉਹਨਾਂ ਕੋਲ ਜਾਂਦਾ ਹੈ ਤਾਂ ਉਹਨਾਂ ਦਾ ਉਹੀ ਵਤੀਰਾ ਰਹਿੰਦਾ ਹੈ। ਇਸ ਤਰ੍ਹਾਂ ਇਹਨਾਂ ਨੇ ਸਰਕਾਰ ਦੇ ਖੌਫ ਕਰਕੇ ਉਹਦੀ ਯਾਦ ਨੂੰ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰਿਵਾਰਾਂ ਅਤੇ ਪਿੰਡਾਂ ਵਾਲਿਆਂ ਦੇ ਅਜਿਹੇ ਵਤੀਰੇ ਕਰਕੇ ਜਦੋਂ ਕੋਈ ਸੰਘਰਸ਼ ਬਾਰੇ ਜਾਣਕਾਰੀ ਜਾਂ ਤੱਥ ਇਕੱਠੇ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਜਾਣਕਾਰੀ ਨਹੀਂ ਲੱਭਦੀ। ਸਰਕਾਰੀ ਜ਼ੁਲਮ ਲੋਕਾਂ ਦੇ ਇੰਨਾ ਸਿਰ ਚੜ੍ਹ ਗਿਆ ਕਿ ਲੋਕਾਂ ਨੇ ਆਪਣਿਆਂ ਨੂੰ ਵੀ ਭੁਲਾ ਦਿੱਤਾ। ਸਦ ਹਾਜ਼ਰ ਸਿੰਘ। ਕੁਝ ਸਮਾਂ ਪਹਿਲਾਂ ਮੈਂ ਇੱਕ ਸ਼ਹੀਦ ਸਿੰਘ ਦੀ ਮਾਤਾ ਦੇ ਭੋਗ 'ਤੇ ਗਿਆ ਤਾਂ ਉੱਥੇ ਕਈ ਵੰਨਗੀਆਂ ਦੇ ਲੋਕ ਮਿਲੇ, ਕਈ ਪੰਥ ਦਰਦੀ ਸ਼ਖਸੀਅਤਾਂ ਵੀ ਮਿਲੀਆਂ। ਵਾਪਸ ਆਉਣ ਵੇਲੇ ਜਦੋਂ ਸਾਰਿਆਂ ਨੂੰ ਮਿਲ ਰਹੇ ਸੀ ਤਾਂ ਕਈ ਜਣੇ ਤਸਵੀਰਾਂ ਖਿੱਚ ਰਹੇ ਸਨ ਤਾਂ ਇੱਕ 50 ਕੁ ਸਾਲ ਦਾ ਸਿੰਘ ਆਪਣੇ 25 ਕੁ ਸਾਲ ਦੇ ਜਵਾਨ ਬੇਟੇ ਨਾਲ ਆ ਕੇ ਬਹੁਤ ਗਰਮਜੋਸ਼ੀ ਨਾਲ ਮਿਲਿਆ। ਮੈਨੂੰ ਮੋਢੇ ਤੋਂ ਫੜ ਕੇ ਕਹਿਣ ਲੱਗਾ ਕਿ ਬਹੁਤ ਚਿਰ ਬਾਅਦ ਮਿਲੇ ਹੋ। ਆਖਰੀ ਵਾਰ ਮੈਂ ਮਾਤਾ ਜੀ ਨੂੰ ਲੈ ਕੇ ਤੁਹਾਡੇ ਘਰ ਲੁਧਿਆਣੇ ਆਇਆ ਸੀ। ਉਹਨਾਂ ਦਾ ਚਿਹਰਾ ਜਜ਼ਬਾਤਾਂ ਨਾਲ ਭਖ ਰਿਹਾ ਸੀ ਤੇ ਅੱਖਾਂ ਨਮ ਸਨ ਅਤੇ ਬਾਹਾਂ ਵਿੱਚ ਕੰਬਣੀ ਸੀ। ਉਸ ਦੀ ਪਹੁੰਚ ਸਿੱਧੀ ਅੰਦਰ ਤੱਕ ਸੀ। ਮੈਨੂੰ ਉਸ ਦਾ ਨਾਂ ਯਾਦ ਨਹੀਂ ਸੀ, ਪਰ ਪਹਿਲੀ ਨਜ਼ਰੇ ਹੀ ਪਤਾ ਲੱਗ ਗਿਆ ਕਿ ਇਸ ਦਾ ਦਿਲ ਅਤੇ ਰੂਹ ਬਹੁਤ ਉੱਤਮ ਹੈ। ਭਾਵਨਾ ਸ਼ੁੱਧ ਅਤੇ ਜ਼ੋਰਾਵਰ ਸੀ। ਉਹ ਕੋਈ 6 ਫੁੱਟ ਉੱਚਾ ਅਤੇ ਤਗੜੇ ਜੁੱਸੇ, ਖੁੱਲ੍ਹੇ ਦਾੜ੍ਹੇ ਤੇ ਭਾਊਆਂ ਵਾਲੀ ਦਸਤਾਰ ਵਾਲਾ ਸਿੰਘ ਸੀ। ਉਸ ਦਾ ਮੁੰਡਾ ਵੀ ਉਹਦੇ ਵਾਂਗ ਜਵਾਨ ਤੇ ਸੁਨੱਖਾ ਸੀ। ਉਸ ਦਾ ਕੁੜਤਾ ਚਾਦਰਾ ਪਹਿਨਿਆ ਹੋਇਆ ਸੀ। ਕਿਸੇ ਪੁਰਾਤਨ ਸੂਰਬੀਰ ਸਿੰਘ ਵਰਗਾ ਹੀ ਇਹ ਸਿੰਘ ਸੀ ਜੋ ਪੰਥ ਦੇ ਨਾਮ ਤੇ ਸਦਾ ਹੀ ਸੇਵਾ ਲਈ ਕੁਰਬਾਨੀ ਨੂੰ ਤਿਆਰ ਸੀ। ਉਹਨੂੰ ਦੁਨੀਆਦਾਰੀ ਤੇ ਰਾਜਨੀਤੀ ਦੇ ਬੰਦਿਆਂ ਦੀ ਪਹਿਚਾਣ ਦਾ ਬਹੁਤਾ ਪਤਾ ਨਹੀਂ ਸੀ ਜਾਂ ਉਹ ਪਰਵਾਹ ਹੀ ਨਹੀਂ ਸੀ ਕਰਦਾ। ਜਿੱਥੇ ਵੀ ਗੁਰੂ ਖਾਲਸਾ ਪੰਥ ਦੀ ਜੰਗ ਜਾਂ ਸ਼ਹਾਦਤ ਦੀ ਗੱਲ ਹੁੰਦੀ, ਉਹੀ ਉਸ ਦੀ ਜਗ੍ਹਾ ਸੀ ਅਤੇ ਉੱਥੇ ਉਹ ਆਪਣੀ ਸਾਰੀ ਪੂੰਜੀ ਲੈ ਕੇ ਹਾਜ਼ਰ ਹੋਣ ਵਾਲਾ ਸੀ। ਉਹ ਅਗਵਾਈ ਨਹੀਂ ਸੀ ਕਰ ਸਕਦਾ, ਪਰ ਕਿਸੇ ਆਪਣੇ ਤੋਂ ਵੱਡੇ ਜਾਂ ਕਿਸੇ ਗੁਰਸਿੱਖ ਦਾ ਕਹਿਣਾ ਮੰਨਣ ਵਾਲਾ ਸੀ। ਜੇ ਉਸ ਨੂੰ ਜੋੜਿਆਂ ਦੀ ਸੇਵਾ ਲਾ ਦਿਓ ਤਾਂ ਉਹ ਉਸ ਨੂੰ ਹੀ ਆਪਣਾ ਜੀਵਨ ਬਣਾ ਲੈਂਦਾ ਸੀ। ਜੇ ਲੰਗਰ ਵਿੱਚ ਲਾ ਦਿਓ ਤਾਂ ਉਸ ਵਿੱਚ ਵੀ ਢਲ ਜਾਂਦਾ ਸੀ। ਉਹ ਅਣਥੱਕ ਤੇ ਲਗਾਤਾਰ ਸੇਵਾ ਵਾਲੀ ਰੂਹ ਸੀ। ਮਨੁੱਖਤਾ ਦੀ ਸੇਵਾ ਵਿੱਚ ਲਾ ਦਿਓ ਤਾਂ ਉਸ ਵਿੱਚ ਹੀ ਦਿਲ ਲਾ ਲੈਂਦਾ ਸੀ। ਹੁਣ ਕਈ ਵਰ੍ਹਿਆਂ ਤੋਂ ਉਸ ਨੇ ਸ਼ਹੀਦ ਸਿੰਘ ਦੇ ਪਰਿਵਾਰ ਦੀ ਸੇਵਾ ਸੰਭਾਲ ਰੱਖੀ ਸੀ। ਉਹਨਾਂ ਦਾ ਸਾਰਾ ਕੰਮ ਉਹੀ ਕਰਦਾ ਸੀ। ਉਸ ਨੇ ਕਿਹਾ ਕਿ ਮੈਂ ਹੁਣ ਇਸ ਪਰਿਵਾਰ ਦੀ ਸੇਵਾ ਵੀ ਕਰ ਰਿਹਾ, ਕੁਝ ਹੋਰ ਸੁਝਿਆ ਨਹੀਂ, ਤੁਸੀਂ ਵੀ ਹੁਣ ਸਰਗਰਮ ਨਹੀਂ। ਹੁਣ ਮੈਨੂੰ ਇਸ ਸਿੰਘ ਬਾਰੇ ਹੋਰ ਯਾਦ ਆ ਗਿਆ। ਜਦੋਂ ਮੈਂ ਪਹਿਲੀ ਵਾਰ ਇਸ ਇਲਾਕੇ ਵਿੱਚ ਆਇਆ ਤਾਂ ਇੱਥੇ ਪੰਥ ਦਰਦੀਆਂ ਦਾ ਇਕੱਠ ਹੋਇਆ ਸੀ, ਜਿਸ ਵਿੱਚ ਇਸ ਸਿੰਘ ਦੀ ਅਹਿਮ ਭੂਮਿਕਾ ਸੀ। ਇਸ ਨੇ ਉਸ ਵਕਤ ਕਿਹਾ ਸੀ ਕਿ ਅਸੀਂ ਇੱਥੇ ਮਾਨ ਸਾਹਿਬ ਦੇ ਬੰਦਿਆਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਵਾਉਂਦੇ ਰਹੇ ਹਾਂ। ਜੇ ਤੁਸੀਂ ਇੱਥੇ 6 ਮਹੀਨੇ ਲਾ ਲਵੋ ਤਾਂ ਇੱਥੇ ਆਪਾਂ ਖਾਲਸੇ ਦੀ ਤਕੜੀ ਜਥੇਬੰਦੀ ਖੜੀ ਕਰ ਸਕਦੇ ਹਾਂ। ਫਿਰ ਜਦੋਂ ਵੀ ਸਾਡਾ ਕੋਈ ਸਮਾਗਮ ਦਮਦਮਾ ਸਾਹਿਬ ਜਾਂ ਇਸ ਇਲਾਕੇ ਵਿੱਚ ਹੁੰਦਾ ਤਾਂ ਇਹ ਸਿੰਘ ਆਉਂਦਾ ਸੀ। 9 ਅਕਤੂਬਰ ਨੂੰ ਸ਼ਹੀਦ ਹਰਜਿੰਦਰ ਸਿੰਘ ਜਿੰਦੇ ਦੇ ਪਿੰਡ ਗਦਲੀ ਜੰਡਿਆਲੇ ਨੇੜੇ ਬਰਸੀ ਅਤੇ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਵਿਖੇ ਇਹ ਸਿੰਘ ਆਪਣਾ ਜਥਾ ਲੈ ਕੇ ਪਹੁੰਚਦਾ ਸੀ। ਸਿਰਸੇ ਵਾਲੇ ਵਿਰੁੱਧ ਜਿੱਥੇ ਵੀ ਮੋਰਚਾ ਲੱਗਿਆ
ਰਾਜਸਥਾਨ, ਹਰਿਆਣੇ ਜਾਂ ਪੰਜਾਬ, ਇਹ ਸਦਾ ਮੇਰੇ ਕੋਲ ਆ ਜਾਂਦਾ ਸੀ। ਘਰ-ਬਾਰ ਛੱਡ ਕੇ ਉਹਨੇ ਦਿਨ ਉੱਥੇ ਹੀ ਰਹਿੰਦਾ ਸੀ। ਮਾਨਸਾ ਵਾਲੇ ਮੋਰਚੇ ਵਿੱਚ ਵੀ ਇਹ ਆ ਗਿਆ ਸੀ ਤੇ ਸਾਰਾ ਖਰਚਾ ਆਪਣੇ ਪੱਲਿਓਂ ਹੀ ਕਰਦਾ ਸੀ। ਹੁਣ ਵੀ ਉਹਦਾ ਦਿਲ ਕਹਿ ਰਿਹਾ ਸੀ, ਮੈਂ ਹਾਜ਼ਰ ਹਾਂ, ਤੁਸੀਂ ਅੱਗੇ ਲੱਗੋ। ਇਸ ਕਿਸਮ ਦੇ ਕਿਰਦਾਰ ਅਸਲ ਸੋਨਾ ਹੁੰਦੇ ਹਨ। ਪੰਥ ਦੀਆਂ ਜਿਹੜੀਆਂ ਵੀ ਜਿੱਤਾਂ ਅਤੇ ਸ਼ਾਨਾਂ ਹੁੰਦੀਆਂ ਹਨ, ਉਸ ਵਿੱਚ ਅਜਿਹੇ ਕਿਰਦਾਰਾਂ ਦਾ ਖੂਨ ਪਸੀਨਾ ਹੀ ਹੁੰਦਾ ਹੈ। ਜੇ ਜੰਗ ਵੇਲੇ ਇਹ ਸਿੰਘ ਮਿਲ ਜਾਂਦਾ ਤਾਂ ਇਹਨੇ ਸਾਡੀ ਠਾਹਰ ਹੋਣਾ ਸੀ। ਜੇ ਇਸ ਨੂੰ ਅਸੀਂ ਰਫਲ ਫੜਾਉਂਦੇ ਤਾਂ ਇਹਨੇ ਬੇਝਿਜਕ ਹੋ ਕੇ ਤੁਰ ਪੈਣਾ ਸੀ। ਜੇ ਫੜਿਆ ਜਾਂਦਾ ਤਾਂ ਇਹਨੇ ਤਸ਼ੱਦਦ ਸਹਿ ਕੇ ਵੀ ਕੁਝ ਨਹੀਂ ਸੀ ਬੋਲਣਾ। ਇਸ ਕਿਸਮ ਦੇ ਬੰਦਿਆਂ ਨੂੰ ਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹ ਕਿਸੇ ਧੜੇ ਵਿੱਚ ਮੇਚ ਨਹੀਂ ਆਉਂਦੇ। ਇਹਨਾਂ ਦੀ ਫਿਤਰਤ ਹੀ ਇੰਨੀ ਆਜ਼ਾਦ ਤੇ ਸਰਬ ਸਾਂਝੀ ਹੁੰਦੀ ਹੈ ਕਿ ਇਹ ਸਰਬੱਤ ਦੇ ਹੀ ਹੁੰਦੇ ਹਨ। ਇਹਨਾਂ ਲੋਕਾਂ ਵਿੱਚ ਜੀਵਨ ਦਾ ਚਾਅ ਹੁੰਦਾ ਹੈ। ਇਹ ਸਾਰੇ ਕੰਮ ਬੜੀ ਸ਼ਿੱਦਤ ਨਾਲ ਤੇ ਚਾਅ ਨਾਲ ਕਰਦੇ ਹਨ, ਕਦੇ ਥੱਕਦੇ ਜਾਂ ਅੱਕਦੇ ਨਹੀਂ। ਆਮ ਦੁਨੀਆਦਾਰ ਸਿੱਖ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਦੀ ਸੰਗਤ ਵਿੱਚ ਦੁਬਾਰਾ ਜੀ ਉੱਠਦੇ ਹਨ। ਜਦੋਂ ਤੋਂ ਮੈਂ ਪ੍ਰਤੱਖ ਰੂਪ ਵਿੱਚ ਸਰਗਰਮੀ ਬੰਦ ਕੀਤੀ ਤੇ ਪਿੱਛੇ ਰਹਿ ਕੇ ਸੇਵਾ ਸ਼ੁਰੂ ਕੀਤੀ, ਉਸ ਤੋਂ ਬਾਅਦ ਇਸ ਨੇ ਪੰਥ ਦੇ ਸਾਰੇ ਮੋਰਚੇ, ਬੇਅਦਬੀ ਵਾਲਾ ਮੋਰਚਾ, ਸਿਰਸੇ ਵਾਲਾ ਮੋਰਚਾ, ਬਰਗਾੜੀ ਮੋਰਚਾ, ਭੁੱਖ ਹੜਤਾਲਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀ ਲਵਾਈ ਅਤੇ ਮਾਲੀ ਤੌਰ 'ਤੇ ਵੀ ਮਦਦ ਕੀਤੀ। ਜਦੋਂ ਇਹ ਮੋਰਚੇ ਵਿੱਚ ਹੀ ਛੱਡ ਦਿੱਤੇ ਗਏ ਤਾਂ ਇਹੋ ਜਿਹੇ ਸਿੰਘ ਉਦਾਸ ਹੋ ਗਏ। ਇਹ ਤਾਂ ਉੱਥੇ ਗੁਰੂ ਗ੍ਰੰਥ ਤੇ ਪੰਥ ਲਈ ਹਾਜ਼ਰੀ ਭਰਦੇ ਸਨ, ਕਿਸੇ ਬੰਦੇ ਜਾਂ ਧੜੇ ਲਈ ਨਹੀਂ। ਜਦੋਂ ਉਸ ਨੇ ਨਮ ਅੱਖਾਂ ਨਾਲ ਕਿਹਾ ਕਿ ਹੁਣ ਮੈਂ ਪਰਿਵਾਰ ਦੀ ਸੇਵਾ 'ਤੇ ਹੀ ਹਾਂ, ਤਾਂ ਉਹਨਾਂ ਸ਼ਬਦਾਂ ਵਿੱਚ ਉਹਨਾਂ ਸਾਰੇ ਮੋਰਚਿਆਂ ਦਾ ਦਰਦ ਵੀ ਸੀ ਤੇ ਮੇਰੇ ਵੱਲ ਸਵਾਲ ਵੀ ਸੀ ਕਿ ਹੁਣ ਕੀ ਕਰਨਾ ਹੈ। ਮੈਂ ਉਸ ਨੂੰ ਬਹੁਤ ਹੀ ਸਤਿਕਾਰ ਨਾਲ ਮਿਲਿਆ, ਉਸ ਦੇ ਬੇਟੇ ਨੂੰ ਪਿਆਰ ਦਿੱਤਾ, ਉਹਨਾਂ ਨਾਲ ਤਸਵੀਰ ਖਿਚਵਾਈ ਅਤੇ ਭਰੇ ਦਿਲ ਨਾਲ ਵਾਪਸ ਤੁਰ ਪਏ। ਇਸ ਸਿੰਘ ਨੂੰ ਕਿਵੇਂ ਸਮਝਾਇਆ ਜਾਵੇ ਕਿ ਪੰਥ ਦੀ ਸਥਿਤੀ ਕੀ ਹੈ, ਦੁਸ਼ਮਣ ਦਾ ਘੇਰਾ ਕਿਹੋ ਜਿਹਾ ਹੈ ਤੇ ਅਸੀਂ ਕਿਸ ਤਰ੍ਹਾਂ ਆਪਣੇ ਸੱਚ ਨੂੰ ਸੰਭਾਲ ਕੇ ਉਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹੋ ਜਿਹੀਆਂ ਸਾਫ਼ ਅਤੇ ਸੱਚੀਆਂ ਰੂਹਾਂ ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਇਹਨਾਂ ਨੂੰ ਅਨੁਭਵ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਗਲਤ ਹੈ, ਕੀ ਠੀਕ ਹੈ, ਕੀ ਪੰਥਕ ਤੇ ਕੀ ਗੈਰ ਪੰਥਕ ਹੈ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 8ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।